ਸੋਰਠ ਮਹੱਲਾ ਪੰਜਵਾਂ। ਸੂਖ ਮੰਗਲ ਕਲਿਆਣ ਸਹਿਜ ਧੁਨ, ਪ੍ਰਭ ਕੇ ਚਰਨ ਨਿਹਾਰਿਆ। ਰਾਖਨ ਹਾਰੈ ਰਾਖਿਓ ਬਾਰਿਕ, ਸਤਿਗੁਰ ਤਾਪ ਉਤਾਰਿਆ। ਉਬਰੇ ਸਤਿਗੁਰ ਕੀ ਸ਼ਰਨਾਈ, ਜਾ ਕੀ ਸੇਵ ਨਾ ਬਿਰਥੀ ਜਾਈ। ਰਾਓ ਘਰ ਮੈਂ ਸੂਖ ਬਾਹਰ ਪੁਨ ਸੁਖਾਂ, ਪ੍ਰਭ ਆਪਣੇ ਭਏ ਦਇਆਲਾ। ਨਾਨਕ ਬਿਘਨ ਨਾ ਲਾਗੈ ਕੋਊ, ਮੇਰਾ ਪ੍ਰਭ ਹੋਆ ਕਿਰਪਾਲਾ। ਘਰ ਮੈਂ ਸੂਖ ਬਾਹਰ ਪੁਨ ਸੁਖਾਂ, ਪ੍ਰਭ ਆਪਣੇ ਭਏ ਦਇਆਲਾ। ਨਾਨਕ ਬਿਘਨ ਨਾ ਲਾਗੈ ਕੋਊ, ਮੇਰਾ ਪ੍ਰਭ ਹੋਆ ਕਿਰਪਾਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀਓ, ਨਾਨਕ ਨਾਮ ਲੇਵਾ ਸਭ ਧਰਮਾਂ ਦੇ ਸਨੇਹੀਓ। ਇੱਕ ਵਾਰੀ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਭ ਨੂੰ ਬੰਦੀ ਛੋੜ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ। ਸਭ ਨੂੰ ਜੀ ਆਇਆਂ। ਜਿਨ੍ਹਾਂ ਨੇ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਜੋ ਸਤਿਗੁਰੂ ਦੇ ਸਨਮੁਖ ਹੋਏ ਨੇ ਤੇ ਸਤਿਗੁਰੂ ਦੀ ਹਜ਼ੂਰੀ ਦੇ ਵਿੱਚ ਆਪਣੀਆਂ ਹਾਜ਼ਰੀਆਂ ਲਵਾ ਰਹੇ ਨੇ, ਸੋ ਸਭ ਨੂੰ ਹੀ ਦੀਵਾਲੀ ਤੇ ਬੰਦੀ ਛੋੜ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ। ਇਹ ਸ਼ਬਦ ਰਾਗ ਸੋਰਠ ਦੇ ਵਿੱਚ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦਾ 619 ਨੰਬਰ ਅੰਗ ਉੱਤੇ ਅੰਕਿਤ ਕੀਤਾ ਹੋਇਆ ਹੈ। ਇਸ ਸ਼ਬਦ ਦੇ ਵਿੱਚ ਗੁਰੂ ਸਾਹਿਬ ਫੁਰਮਾਨ ਕਰਦੇ ਨੇ ਕਿ ਜਿਹੜਾ ਵੀ ਮਨੁੱਖ ਉਸ ਅਕਾਲ ਪੁਰਖ ਪਰਮਾਤਮਾ ਦੀ ਸ਼ਰਨ ਦੇ ਵਿੱਚ ਪੈਂਦਾ ਹੈ, ਜਿਸ ਦੀ ਸ਼ਰਨ ਦੇ ਵਿੱਚ ਗਿਆ, ਉਸ ਦੀ ਸੇਵਾ ਕੀਤੀ ਹੋਈ, ਉਸ ਦਾ ਇੱਕ ਪਲ ਦਾ ਸਿਮਰਨ ਕੀਤਾ ਹੋਇਆ ਕਦੇ ਵਿਅਰਥ ਨਹੀਂ ਜਾਂਦਾ। ਉਸ ਅਕਾਲ ਪੁਰਖ ਪਰਮਾਤਮਾ ਦੀ ਸ਼ਰਨ ਦੇ ਵਿੱਚ ਗਿਆ, ਸਾਡੇ ਸਾਰੇ ਦੁੱਖ ਕਲੇਸ਼ ਦੂਰ ਹੋ ਜਾਂਦੇ ਨੇ। ਤੇ ਇਹ ਸ਼ਬਦ ਸਿੱਖ ਇਤਿਹਾਸ ਦੇ ਵਿੱਚ ਕਈ ਵਿਚਾਰਵਾਨ ਸੱਜਣਾਂ ਨੇ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਜਨਮ ਦੇ ਨਾਲ ਵੀ ਜੋੜਿਆ ਹੈ।
ਜਦੋਂ ਇੱਕ ਦਿਨ ਸਾਹਿਬਜ਼ਾਦਾ ਜੀ ਖੇਡ ਕੇ ਬਾਹਰੋਂ ਆਏ ਤਾਂ ਆਪ ਜੀ ਦਾ ਚਿਹਰਾ ਬੜਾ ਸੁਸਤ ਤੇ ਕੁਮਲਾਇਆ ਹੋਇਆ ਸੀ, ਕਿਉਂਕਿ ਜਦੋਂ ਬੱਚਾ ਕੁਝ ਖਾਵੇ ਨਾ ਪੀਵੇ ਨਾ ਤਾਂ ਮਾਂ ਨੂੰ ਪਹਿਲਾਂ ਪਤਾ ਲੱਗ ਜਾਂਦਾ ਹੈ। ਜਦੋਂ ਬਾਰਿਕ ਹਰਗੋਬਿੰਦ ਬਾਹਰ ਖੇਡ ਕੇ ਬੱਚਿਆਂ ਦੇ ਨਾਲ ਘਰ ਆਏ ਤੇ ਆਪ ਜੀ ਦਾ ਸੁਸਤ ਤੇ ਕੁਮਲਾਇਆ ਹੋਇਆ ਚਿਹਰਾ ਵੇਖ ਕੇ ਮਾਤਾ ਗੰਗਾ ਜੀ ਨੇ ਆਪ ਜੀ ਨੂੰ ਗੋਦ ਵਿੱਚ ਲੈ ਕੇ ਪਿਆਰ ਕੀਤਾ ਅਤੇ ਵੇਖਿਆ ਕਿ ਇਹਨਾਂ ਦਾ ਸਰੀਰ ਕੁਝ ਬੁਖਾਰ ਨਾਲ ਗਰਮ ਹੈ। ਫਿਰ ਜਦ ਸਾਹਿਬਜ਼ਾਦੇ ਨੇ ਕਿਹਾ ਕਿ ਮਾਤਾ ਜੀ ਮੈਨੂੰ ਠੰਡ ਲੱਗ ਰਹੀ ਹੈ, ਤਾਂ ਮਾਤਾ ਜੀ ਨੇ ਆਪ ਜੀ ਨੂੰ ਪਲੰਘ ਉੱਤੇ ਲੰਬਾ ਪਾ ਕੇ ਰਜਾਈ ਦੇ ਦਿੱਤੀ ਅਤੇ ਘੁੱਟਣਾ ਨੱਪਣਾ ਸ਼ੁਰੂ ਕਰ ਦਿੱਤਾ। ਸਾਹਿਬਜ਼ਾਦੇ ਨੂੰ ਬੁਖਾਰ ਇਤਨੇ ਜ਼ਿਆਦਾ ਜ਼ੋਰ ਦਾ ਚੜ੍ਹ ਗਿਆ ਕਿ ਮਾਤਾ ਜੀ ਬਹੁਤ ਘਬਰਾ ਗਏ ਤੇ ਗੁਰੂ ਸਾਹਿਬ ਨੂੰ ਸੁਨੇਹਾ ਭੇਜਿਆ। ਗੁਰੂ ਜੀ ਨੇ ਆਣ ਕੇ ਜਦ ਵੇਖਿਆ ਕਿ ਸਾਹਿਬਜ਼ਾਦੇ ਨੂੰ ਬੁਖਾਰ ਬਹੁਤ ਜ਼ੋਰ ਦਾ ਹੈ ਤਾਂ ਆਪ ਜੀ ਨੇ ਸਾਹਿਬਜ਼ਾਦੇ ਦੇ ਮੱਥੇ ਉੱਤੇ ਹੱਥ ਰੱਖ ਕੇ ਇਹ ਸ਼ਬਦ ਉਚਾਰਨ ਕੀਤਾ, ਸੋਰਠ ਮਹੱਲਾ ਪੰਜਵਾਂ। ਜਨਮ ਜਨਮ ਕੇ ਦੁਖ ਨਿਵਾਰੈ, ਸੂਕਾ ਮਨ ਸਾਧਾਰੈ। ਦਰਸ਼ਨ ਭੇਟਤ ਹੋਤ ਨਿਹਾਲਾ, ਹਰ ਕਾ ਨਾਮ ਵਿਚਾਰੈ। ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ। ਕਾਟੈ ਜਮ ਕੀ ਫੰਦਾ, ਰਹਾਉ। ਸਮਰੱਥ ਪੁਰਖ ਪੂਰਨ ਵਿਧਾਤੇ, ਆਪੇ ਕਰਨੈ ਹਾਰਾ। ਆਪਣਾ ਦਾਸ ਹਰਿ ਆਪ ਉਬਾਰਿਆ, ਨਾਨਕ ਨਾਮ ਆਧਾਰਾ। ਭਾਵ ਸਤਿਗੁਰੂ ਇਸ ਸ਼ਬਦ ਦੇ ਵਿੱਚ ਫੁਰਮਾਨ ਕਰਦੇ ਨੇ ਕਿ ਜਿਨ੍ਹਾਂ ਨੂੰ ਉਸ ਅਕਾਲ ਪੁਰਖ ਪਰਮਾਤਮਾ ਦੇ ਨਾਮ ਦਾ ਹੀ ਆਸਰਾ ਹੈ, ਨਾਮ ਦਾ ਹੀ ਸਹਾਰਾ ਹੈ, ਉਸ ਅਕਾਲ ਪੁਰਖ ਪਰਮਾਤਮਾ ਦੇ ਅੱਗੇ ਅਰਦਾਸ ਕਰਨ ਦੇ ਨਾਲ ਆਇਆ ਕੋਈ ਵੀ ਦੁੱਖ ਕਲੇਸ਼ ਦੂਰ ਹੋ ਸਕਦਾ ਹੈ। ਤੇ ਸਤਿਗੁਰਾਂ ਨੇ ਇਹ ਸ਼ਬਦ ਦੇ ਵਿੱਚ ਉਸ ਅਕਾਲ ਪੁਰਖ ਪਰਮਾਤਮਾ ਦੇ ਅੱਗੇ ਅਰਦਾਸ ਕਰਦਿਆਂ ਉਸ ਅਕਾਲ ਪੁਰਖ ਪਰਮਾਤਮਾ ਦਾ ਧੰਨਵਾਦ ਕੀਤਾ ਤੇ ਸਾਹਿਬਜ਼ਾਦੇ ਹਰਗੋਬਿੰਦ ਜੀਆਂ ਦਾ ਜਿਹੜਾ ਬੁਖਾਰ ਸੀ ਉਹ ਉਤਰ ਗਿਆ। ਤੇ ਸਤਿਗੁਰਾਂ ਨੇ ਉਸ ਅਕਾਲ ਪੁਰਖ ਪਰਮਾਤਮਾ ਦੇ ਧੰਨਵਾਦ ਦੇ ਵਿੱਚ ਇਹ ਸ਼ਬਦ ਉਚਾਰਨ ਕੀਤਾ, ਸੂਖ ਮੰਗਲ ਕਲਿਆਣ ਸਹਿਜ ਧੁਨ, ਪ੍ਰਭ ਕੇ ਚਰਨ ਨਿਹਾਰਿਆ। ਰਾਖਨਹਾਰ ਰਾਖਿਓ ਵਾਰਿਕ, ਸਤਿਗੁਰ ਤਾਪ ਉਤਾਰਿਆ। ਸੂਖ ਮੰਗਲ ਕਲਿਆਣ, ਸੁਖ ਸੁਖ ਹੀ ਸੁਖ, ਮੰਗਲ ਖੁਸ਼ੀਆਂ ਹੀ ਖੁਸ਼ੀਆਂ, ਕਲਿਆਣ ਸੁਖ ਹੀ ਸੁਖ। ਸਹਿਜ ਧੁਨ, ਆਤਮਕ ਅਡੋਲਤਾ ਦੀ ਰੋ। ਪ੍ਰਭ ਕੇ ਉਸ ਅਕਾਲ ਪੁਰਖ ਪਰਮਾਤਮਾ ਦੇ ਚਰਨ ਪੈਰ ਨਿਹਾਰਿਆ ਵੇਖੇ। ਰਾਖਨਹਾਰੈ ਰਾਖਿਓ ਵਾਰਿਕ, ਉਸ ਰੱਖਣਹਾਰ ਅਕਾਲ ਪੁਰਖ ਪਰਮਾਤਮਾ ਨੇ ਬੱਚੇ ਨੂੰ ਰੱਖ ਲਿਆ, ਬਾਲਿਕ ਨੂੰ ਰੱਖ ਲਿਆ। ਸਤਿਗੁਰ ਉਸ ਅਕਾਲ ਪੁਰਖ ਪਰਮਾਤਮਾ ਨੇ ਤਾਪ ਝਗੜੇ ਕਲੇਸ਼ ਉਤਾਰਿਆ, ਲਾ ਦਿੱਤੇ।
ਸਤਿਗੁਰੂ ਫੁਰਮਾਨ ਕਰਦੇ ਨੇ, ਹੈ ਭਾਈ, ਜਿਹੜਾ ਵੀ ਮਨੁੱਖ ਗੁਰੂ ਦੀ ਸ਼ਰਨ ਆ ਪਿਆ, ਗੁਰੂ ਨੇ ਉਸ ਦਾ ਤਾਪ ਦੁੱਖ ਕਲੇਸ਼ ਲਾ ਦਿੱਤਾ। ਰੱਖਿਆ ਕਰਨ ਦੀ ਸਮਰੱਥਾ ਵਾਲੇ ਗੁਰੂ ਨੇ ਉਸ ਬਾਲਕ ਨੂੰ ਵਿਘਨਾਂ ਤੋਂ ਬਚਾ ਲਿਆ। ਉਸ ਨੂੰ ਯੂੰ ਬਚਾਇਆ ਜਿਵੇਂ ਪਿਤਾ ਆਪਣੇ ਪੁੱਤਰ ਦੀ ਰੱਖਿਆ ਕਰਦਾ ਹੈ। ਗੁਰੂ ਦੀ ਸ਼ਰਨ ਪੈ ਕੇ ਜਿਸ ਮਨੁੱਖ ਨੇ ਪਰਮਾਤਮਾ ਦੇ ਚਰਨਾਂ ਦਾ ਦਰਸ਼ਨ ਕਰ ਲਿਆ, ਉਸ ਦੇ ਅੰਦਰ ਸੁੱਖ, ਖੁਸ਼ੀ, ਆਨੰਦ ਤੇ ਆਤਮਿਕ ਅਡੋਲਤਾ ਦੀ ਰੌ ਚੱਲ ਪਈ। ਇਸ ਦੇ ਲਈ ਸਤਿਗੁਰੂ ਫੁਰਮਾਨ ਕਰਦੇ ਨੇ ਕਿ ਸਾਨੂੰ ਉਸ ਅਕਾਲ ਪੁਰਖ ਪਰਮਾਤਮਾ ਦੀ ਸੰਗਤ ਕਰਨੀ ਚਾਹੀਦੀ ਹੈ। ਜਿਸ ਅਕਾਲ ਪੁਰਖ ਪਰਮਾਤਮਾ ਦਾ ਨਾਮ ਲਿਆ ਸਾਡੇ ਅਨੇਕਾਂ ਹੀ ਕੀਤੇ ਹੋਏ ਪਾਪ ਵਿਕਾਰ ਨਾਸ਼ ਹੋ ਜਾਂਦੇ ਨੇ। ਉਬਰੇ ਸਤਿਗੁਰ ਕੀ ਸ਼ਰਨਾਈ, ਜਾ ਕੀ ਸੇਵਨਾ ਬਿਰਥੀ ਜਾਈ। ਉਬਰੇ ਬਚ ਗਏ ਸਤਿਗੁਰੂ ਕੀ ਸ਼ਰਨ ਆਈ, ਉਸ ਦੀ ਸ਼ਰਨ ਦੇ ਵਿੱਚ, ਜਾ ਕੀ ਜਿਸ ਦੀ ਸੇਵਨਾ ਸੇਵਾ ਕੀਤਿਆਂ, ਸਿਮਰਨ ਕੀਤਿਆਂ ਨਾ ਬਿਰਥੀ ਜਾਈ, ਕਦੇ ਵੀ ਖਾਲੀ ਨਹੀਂ ਜਾਂਦੀ। ਹੇ ਭਾਈ, ਜਿਸ ਗੁਰੂ ਦੀ ਕੀਤੀ ਹੋਈ ਸੇਵਾ ਖਾਲੀ ਨਹੀਂ ਜਾਂਦੀ, ਉਸ ਗੁਰੂ ਦੀ ਸ਼ਰਨ ਜਿਹੜੇ ਮਨੁੱਖ ਪੈਂਦੇ ਨੇ, ਉਹ ਆਤਮਿਕ ਜੀਵਨ ਦੇ ਰਾਸਤੇ ਵਿੱਚ ਆਉਣ ਵਾਲੀਆਂ ਰੁਕਾਵਟਾਂ ਤੋਂ ਬਚ ਜਾਂਦੇ ਨੇ। ਸਤਿਗੁਰੂ ਹਮੇਸ਼ਾ ਹੀ ਉਸ ਦੇ ਰਾਸਤੇ ਵਿੱਚ ਆਉਣ ਵਾਲੀਆਂ ਰੁਕਾਵਟਾਂ ਨੂੰ ਪਿੱਛੇ ਕਰ ਦਿੰਦੇ ਨੇ। ਉਹਨਾਂ ਨੂੰ ਆਤਮਿਕ ਜੀਵਨ ਦੇ ਵਿੱਚ ਕਦੇ ਵੀ ਕੋਈ ਰੁਕਾਵਟ ਨਹੀਂ ਪੈਂਦੀ। ਘਰ ਮੈਂ ਸੁਖ ਬਾਹਰ ਪੁਨ ਸੁਖਾਂ, ਪ੍ਰਭ ਆਪਣੇ ਭਏ ਦਇਆਲਾ। ਨਾਨਕ ਬਿਘਨ ਨਾ ਲਾਗੈ ਕੋਊ, ਮੇਰਾ ਪ੍ਰਭ ਹੋਆ ਕਿਰਪਾਲਾ। ਘਰ ਮਹਿ ਹਿਰਦੇ ਦੇ ਵਿੱਚ ਸੁਖ ਸੁਖ ਹੀ ਸੁਖ, ਆਨੰਦ ਹੀ ਆਨੰਦ। ਬਾਹਰ ਪੁਨ ਸੁਖਾਂ, ਜਦੋਂ ਬਾਹਰ ਕਿਸੇ ਦੇ ਨਾਲ ਮੇਲ ਜੋਲ ਕਰਦਾ ਹੈ, ਉਦੋਂ ਵੀ ਖਿਡਾਓ ਬਣਿਆ ਰਹਿੰਦਾ ਹੈ। ਪ੍ਰਭ ਆਪਣੇ ਪ੍ਰਭੂ ਦੇ ਭਏ ਦਇਆਲਾ, ਉਹ ਦਇਆਲ ਪ੍ਰਭੂ ਸਦਾ ਹੀ ਕਿਰਪਾ ਦਾ ਸਾਗਰ। ਨਾਨਕ ਬਿਘਨ, ਇਹ ਨਾਨਕ ਕੋਈ ਵੀ ਰੁਕਾਵਟ ਨਾ ਲਾਗੈ, ਨਹੀਂ ਲੱਗਦੀ ਕੋਈ ਵੀ। ਮੇਰਾ ਪ੍ਰਭ, ਮੇਰਾ ਉਹ ਅਕਾਲ ਪੁਰਖ ਪਰਮਾਤਮਾ, ਪ੍ਰਭ ਹੋਆ ਕਿਰਪਾਲਾ। ਜਦੋਂ ਉਹ ਕਿਰਪਾਲ ਪ੍ਰਭੂ ਕਿਰਪਾ ਦਾ ਸਾਗਰ ਮੇਰਾ ਭਰਿਆ ਹੱਥ ਸਾਡੇ ਸਿਰ ਤੇ ਰੱਖਦਾ ਹੈ। ਸਤਿਗੁਰੂ ਫੁਰਮਾਨ ਕਰਦੇ ਨੇ, ਹੇ ਭਾਈ, ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਹੈ, ਉਸ ਦੇ ਹਿਰਦੇ ਵਿੱਚ ਆਤਮਿਕ ਆਨੰਦ ਬਣਿਆ ਰਹਿੰਦਾ ਹੈ। ਬਾਹਰ ਦੁਨੀਆ ਵਿੱਚ ਵਰਤਣ ਵਿਹਾਰ ਕਰਦਿਆਂ ਵੀ ਉਸ ਨੂੰ ਆਤਮਿਕ ਸੁੱਖ ਮਿਲਿਆ ਰਹਿੰਦਾ ਹੈ। ਉਸ ਉੱਤੇ ਪ੍ਰਭੂ ਸਦਾ ਦਇਆਵਾਨ ਰਹਿੰਦਾ ਹੈ। ਹੇ ਨਾਨਕ, ਉਸ ਮਨੁੱਖ ਦੀ ਜ਼ਿੰਦਗੀ ਦੇ ਰਾਸਤੇ ਵਿੱਚ ਕੋਈ ਰੁਕਾਵਟ ਨਹੀਂ ਆਉਂਦੀ। ਉਸ ਉੱਤੇ ਪਰਮਾਤਮਾ ਕਿਰਪਾਲ ਹੋਇਆ ਰਹਿੰਦਾ ਹੈ। ਸਤਿਗੁਰੂ ਫੁਰਮਾਨ ਕਰਦੇ ਨੇ
ਕਿ ਸਾਨੂੰ ਵੀ ਉਸ ਅਕਾਲ ਪੁਰਖ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਨਾ ਚਾਹੀਦਾ ਹੈ। ਜਿਸ ਅਕਾਲ ਪੁਰਖ ਪਰਮਾਤਮਾ ਦੀ ਇੱਕ ਪਲ ਦੀ ਕੀਤੀ ਹੋਈ ਸੰਗਤ, ਇੱਕ ਪਲ ਦਾ ਕੀਤਾ ਹੋਇਆ ਸਿਮਰਨ ਕਦੇ ਵਿਅਰਥ ਨਹੀਂ ਜਾਂਦਾ। ਸਾਨੂੰ ਉਸ ਅਕਾਲ ਪੁਰਖ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਨਾ ਚਾਹੀਦਾ ਹੈ। ਗਈ ਬਹੋੜ ਬੰਦੀ ਛੋੜ, ਨਿਰੰਕਾਰ ਦੁਖਦਾਰੀ। ਕਰਮ ਨ ਜਾਣਾ ਧਰਮ ਨ ਜਾਣਾ, ਲੋਭੀ ਮਾਇਆ ਧਾਰੀ। ਉਹ ਅਕਾਲ ਪੁਰਖ ਪਰਮਾਤਮਾ ਸਾਡੇ ਬੰਧਨਾਂ ਨੂੰ ਕੱਟਣ ਵਾਲਾ ਹੈ। ਜਿਵੇਂ ਗੁਰੂ ਹਰਗੋਬਿੰਦ ਪਾਤਸ਼ਾਹ ਜੀਆਂ ਨੇ ਅੱਜ ਦੇ ਦਿਨ ਜਹਾਂਗੀਰ ਦੀ ਕੈਦ ਦੇ ਵਿੱਚੋਂ 52 ਰਾਜਿਆਂ ਨੂੰ ਉਹਨਾਂ ਦੀ ਬੰਦ ਖਲਾਸੀ ਕਰਵਾਈ, ਜਿਹੜੇ ਕਿ ਜਹਾਂਗੀਰ ਦੀ ਕੈਦ ਦੇ ਵਿੱਚ ਬੜੇ ਲੰਬੇ ਸਮੇਂ ਤੋਂ ਕੈਦ ਸੀ। ਜਦੋਂ ਉਹਨਾਂ ਨੇ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀਆਂ ਦਾ ਦਰਸ਼ਨ ਕੀਤਾ, ਇੱਕ ਪਲ ਦੇ ਲਈ ਹੀ ਕੀਤਾ, ਪਰ ਸਤਿਗੁਰਾਂ ਨੇ ਉਹਨਾਂ ਨੂੰ ਕੁਝ ਸਮੇਂ ਦੀ ਕੀਤੀ ਹੋਈ ਸੇਵਾ, ਕੁਝ ਸਮੇਂ ਦਾ ਕੀਤਾ ਹੋਇਆ ਦਰਸ਼ਨ, ਕੁਝ ਸਮੇਂ ਦਾ ਕੀਤਾ ਹੋਇਆ ਸਿਮਰਨ, ਉਹਨਾਂ ਨੂੰ ਜਹਾਂਗੀਰ ਦੀ ਕੈਦ ਦੇ ਵਿੱਚੋਂ ਉਹਨਾਂ ਨੇ ਖਲਾਸੀ ਕਰਵਾ ਦਿੱਤਾ, ਉਹਨਾਂ ਨੂੰ ਮੁਕਤ ਕਰਵਾ ਦਿੱਤਾ। ਫਿਰ ਸਤਿਗੁਰੂ ਸਾਡੇ ਹੋਏ ਕੀਤੇ ਹੋਏ ਪਾਪਾਂ ਨੂੰ, ਸਾਡਿਆਂ ਵਿਕਾਰਾਂ ਨੂੰ ਕਿਵੇਂ ਨਾਸ਼ ਨਹੀਂ ਕਰ ਸਕਦੇ। ਸਤਿਗੁਰੂ ਫਰਮਾਨ ਕਰਦੇ ਨੇ, ਗਈ ਬਹੋੜ ਬੰਦੀ ਛੋੜ, ਨਿਰੰਕਾਰ ਦੁਖਦਾਰੀ। ਕਰਮ ਨ ਜਾਣਾ ਧਰਮ ਨ ਜਾਣਾ, ਲੋਭੀ ਮਾਇਆ ਧਾਰੀ। ਅਸੀਂ ਮਾਇਆ ਦੇ ਲੋਭ ਵਿੱਚ ਫਸੇ ਹੋਏ ਹਾਂ, ਜਿਸ ਕਰਕੇ ਅਸੀਂ ਉਸ ਅਕਾਲ ਪੁਰਖ ਪਰਮਾਤਮਾ ਦੇ ਨਾਮ ਦਾ ਸਿਮਰਨ ਨਹੀਂ ਕਰ ਸਕਦੇ। ਇਸ ਦੇ ਲਈ ਸਾਨੂੰ ਉਸ ਅਕਾਲ ਪੁਰਖ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਨਾ ਚਾਹੀਦਾ ਹੈ। ਉਬਰੇ ਸਤਿਗੁਰ ਕੀ ਸ਼ਰਨਾਈ, ਜਾ ਕੀ ਸੇਵ ਨ ਬਿਰਥੀ ਜਾਈ। ਜਿਸ ਦੀ ਸ਼ਰਨ ਪਿਆ ਅਸੀਂ ਪਾਪਾਂ ਵਿਕਾਰਾਂ ਤੋਂ ਬਚ ਸਕਦੇ ਹਾਂ। ਜਾ ਕੀ ਸੇਵ ਨ ਬਿਰਥੀ ਜਾਈ, ਜਿਸ ਦੀ ਇੱਕ ਪਲ ਦੀ ਕੀਤੀ ਹੋਈ ਸੇਵਾ, ਇੱਕ ਪਲ ਦਾ ਕੀਤਾ ਹੋਇਆ ਸਿਮਰਨ ਵਿਅਰਥ ਨਹੀਂ ਜਾਂਦਾ। ਉਸੇ ਤਰ੍ਹਾਂ ਅੱਜ ਦੇ ਦਿਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀਆਂ ਨੇ ਜਹਾਂਗੀਰ ਦੀ ਕੈਦ ਦੇ ਵਿੱਚੋਂ 52 ਰਾਜਿਆਂ ਨੂੰ ਉਸ ਦੀ ਕੈਦ ਦੇ ਵਿੱਚੋਂ ਛੁਡਵਾ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਆਏ ਸਨ, ਤੇ ਉਹਨਾਂ ਦੀ ਆਉਣ ਦੀ ਖੁਸ਼ੀ ਦੇ ਵਿੱਚ ਸੰਗਤਾਂ ਨੇ ਦੀਪਮਾਲਾ ਕੀਤੀ ਗਈ, ਹਰ ਪਾਸੇ ਦੀਵੇ ਜਗਾਏ ਗਏ, ਤੇ ਸਤਿਗੁਰਾਂ ਦੇ ਆਉਣ ਦੀ ਇੰਨੀ ਖੁਸ਼ੀ ਸੀ ਕਿ ਉਹ ਸ੍ਰੀ ਅੰਮ੍ਰਿਤਸਰ ਸ਼ਹਿਰ ਜਗਮਗਾ ਉੱਠਿਆ।